ਮਾਇਆ ਜਲ ਖਾਈ ਪਾਣੀ ਘਰ ਬਾਂਧਿਆ, ਸੱਚ ਕੇ ਆਸਣ ਪੁਰਖ ਰਹੇ। ਕਹਿੰਦੇ ਹਨ ਵੀ ਜਿਵੇਂ ਚਾਰ ਛਪੇਰੇ ਡੂੰਘੀ ਇੱਕ ਖਾਈ, ਉਹਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਵਿਚਾਲੇ ਇੱਕ ਛੋਟੀ ਜਿਹੀ ਜਗ੍ਹਾ ਜਿਵੇਂ ਕੋਈ ਟਾਪੂ ਹੁੰਦਾ ਹੈ। ਤੇ ਚਾਰ ਛਪੇਰੇ ਮਾਇਆ ਹੈ। ਅੰਦਰ ਸੱਤ ਕੇ ਆਸਣ ਪੁਰਖ ਹੈ। ਪਰ ਉਹ ਜਗ੍ਹਾ ਬਹੁਤ ਛੋਟੀ ਹੈ ਤੁਹਾਡੇ ਵਾਸਤੇ। ਜਿਹੜਾ ਸੰਸਾਰ ਦੇ ਵਿੱਚ ਰਹਿ ਰਿਹਾ ਹੈ ਨਾ, ਉਹਦੇ ਵਾਸਤੇ ਉਹ ਜੋ ਅੰਦਰ ਜਗ੍ਹਾ ਹੈ ਜਿੱਥੇ ਸੱਤ ਹੈ, ਉਹ ਬਹੁਤ ਛੋਟੀ ਹੈ। ਤੇ ਬਾਹਰ ਬਹੁਤ ਵੱਡੀ ਖਾਈ ਹੈ ਜਿਹਦੇ ਵਿੱਚ ਮਾਇਆ ਰੂਪੀ ਜਲ ਭਰਿਆ ਹੋਇਆ ਹੈ। ਤੇ ਵਾਰ-ਵਾਰ ਆਦਮੀ ਫਿਸਲ ਫਿਸਲ ਕੇ ਇਸ ਖਾਈ ਦੇ ਵਿੱਚ ਡਿੱਗਦਾ ਰਹਿੰਦਾ ਹੈ, ਧੱਸਦਾ ਰਹਿੰਦਾ ਹੈ। ਤਦੇ ਹੀ ਕਿਹਾ ਹੈ ਨਾ, ਪੰਕ ਜੋ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਹ ਡੁੱਬਿਆ। ਇਹ ਜਿਹੜਾ ਮੋਹ ਦਾ ਚਿੱਕੜ ਹੈ ਨਾ, ਇਹਦੇ ਵਿੱਚ ਕਹਿੰਦੇ ਪੈਰ ਨਹੀਂ ਚੱਲਦਾ, ਮੋਹ ਰੂਪੀ ਚਿੱਕੜ। ਵਾਰ-ਵਾਰ ਧੱਸ ਜਾਂਦਾ ਹੈ, ਵਾਰ-ਵਾਰ ਸੁਰਤ ਜਿਹੜੀ ਹੈ ਨਾ ਬਾਹਰ ਚਲੇ ਜਾਂਦੀ, ਫਸ ਜਾਂਦੀ। ਜਿੱਥੇ ਮੋਹ ਜੁੜਿਆ ਹੋਇਆ, ਮਮਤਾ ਜੁੜੀ ਹੋਈ ਹੈ, ਲਗਾਵ ਜੁੜਿਆ ਹੋਇਆ, ਬਹੁਤ ਸਾਰੇ ਜਗਿਆਸੂ ਪ੍ਰੇਮੀ ਜਿਨ੍ਹਾਂ ਦੇ ਅੰਦਰ ਥੋੜ੍ਹੀ ਜਿਹੀ ਪਿਆਸ ਹੈ, ਸੱਤ ਦੇ ਪ੍ਰਤੀ ਤੜਫ ਉੱਠੀ ਹੈ, ਉਹ ਕੋਸ਼ਿਸ਼ ਤਾਂ ਕਰਦੇ ਹਨ ਨਿਕਲਣ ਦੀ ਇਸ ਮਾਇਆ ਦੇ ਜੰਜਾਲ ਤੋਂ, ਇਸ ਮਾਇਆ ਦੀ ਖਾਈ 'ਚੋਂ। ਥੋੜ੍ਹੇ ਜਿਹੇ ਨਿਕਲਦੇ ਵੀ ਹਨ ਬਾਹਰ, ਚੜ੍ਹਦੇ ਵੀ ਹਨ ਉੱਪਰ ਸੱਤ ਦੀ ਸਿਖਰ ਵੱਲ, ਪਰ ਫਿਰ ਫਿਸਲ ਕੇ ਫਿਰ ਡਿੱਗ ਪੈਂਦੇ ਹਨ। ਕਿਉਂਕਿ ਉਹ ਜੋ ਪਿੱਛੇ ਖਿੱਚ ਪਈ ਹੋਈ ਹੈ ਨਾ, ਉਹ ਫਿਰ ਖਿੱਚ ਲੈਂਦੀ ਹੈ ਸੁਰਤ। ਤੇ ਵਾਰ-ਵਾਰ ਸੁਰਤ ਫਸਦੀ ਹੈ, ਵਾਰ-ਵਾਰ ਆਦਮੀ ਡਿੱਗਦਾ ਹੈ, ਇੱਕਦਮ ਨਹੀਂ ਨਿਕਲ ਆਉਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਪਿੱਛੇ ਜੇ ਗੁਰਮੁਖ ਪਿਆਰੇ ਨੇ ਪੁੱਛਿਆ ਸੀ ਨਾ ਵੀ ਕੁਝ ਚਿਰ ਮਨ ਸ਼ਾਂਤ ਰਹਿੰਦਾ ਹੈ ਤੇ ਬਹੁਤ ਰਸ ਵੀ ਆਉਂਦਾ ਹੈ, ਆਨੰਦ ਦੇ ਵਿੱਚ ਰਹਿੰਦਾ ਹੈ, ਤੇ ਕੁਛ ਚਿਰ ਤੋਂ ਬਾਅਦ ਫਿਰ ਵਿਚਾਰਾਂ ਦੇ ਵਿੱਚ ਪੈ ਜਾਂਦਾ ਹੈ, ਫਿਰ ਸੰਸਾਰੀ ਹੋ ਜਾਂਦਾ ਹੈ, ਸੰਸਾਰ 'ਚ ਉਲਝ ਜਾਂਦਾ ਹੈ। ਤੇ ਘਬਰਾਉਣ ਦੀ ਲੋੜ ਨਹੀਂ ਹੈ, ਤੇ ਨਾ ਹੀ ਸਾਹਸ ਛੱਡਣ ਦੀ ਲੋੜ ਹੈ, ਹਿੰਮਤ ਵੀ ਇਹ ਨਹੀਂ ਹੋ ਸਕਦਾ ਹੈ। ਇਹ ਨੌਜਵਾਨ ਕਹਿੰਦਾ ਹੈ ਵੀ ਮੈਨੂੰ ਇਹ ਲੱਗਦਾ ਹੈ ਵੀ ਇਹ ਨਹੀਂ ਹੋ ਸਕਦਾ ਹੈ ਜਵਾਨੀ ਦੇ ਵਿੱਚ ਸੰਸਾਰ ਵੱਲੋਂ ਧਿਆਨ ਦਾ ਛੁਟਕਾਰਾ, ਵੀ ਧਿਆਨ ਨਹੀਂ ਹਟ ਸਕਦਾ ਹੈ ਸੰਸਾਰ ਵੱਲੋਂ। ਨਹੀਂ, ਐਸਾ ਨਹੀਂ ਹੈ। ਇਹ ਸੁਰਤ ਵਾਰ-ਵਾਰ ਡਿੱਗੇਗੀ, ਵਾਰ-ਵਾਰ ਫਸੇਗੀ। ਪਰ ਫਿਰ ਖਿਆਲ ਰੱਖਣਾ ਹੈ ਵੀ ਜਦੋਂ ਡਿੱਗਦੀ ਹੈ ਕਿਵੇਂ ਡਿੱਗੀ ਸੀ, ਕਿਵੇਂ ਡਿੱਗਦੀ ਹੈ। ਅਗਰ ਤੁਹਾਨੂੰ ਖਿਆਲ ਰੱਖੋਗੇ, ਫਿਰ ਤੁਸੀਂ ਫਿਰ ਸੁਰਤ ਨੂੰ ਸੰਭਾਲ ਲਓਗੇ ਤੇ ਫਿਰ ਡਿੱਗੇਗੀ। ਐਸਾ ਨਹੀਂ ਫਿਰ ਨਹੀਂ ਡਿੱਗੇਗੀ। ਵਾਰ-ਵਾਰ ਸੁਰਤ ਫਸ ਜਾਂਦੀ ਹੈ ਸੰਸਾਰ ਵਿੱਚ, ਨਿਕਲਦੀ ਫਸਦੀ ਰਹਿੰਦੀ, ਐਡੀ ਛੇਤੀ ਥੋੜ੍ਹੀ ਨਿਕਲ ਜਾਂਦੀ। ਇਹ ਲਗਾਵ ਵੀ ਹੌਲੀ ਹੌਲੀ ਹੋਇਆ ਹੈ ਨਾ, ਅਤੇ ਹੌਲੀ ਹੌਲੀ ਹਟਦਾ, ਟਾਈਮ ਲੱਗਦਾ। ਪਰ ਬਹੁਤੇ ਜਿਹੜੇ ਹਨ ਨਾ
ਪਰਮਾਰਥਿਕ ਪੰਧ ਹੀ ਅਗਰ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਾ ਹੋਵੇ, ਹਿੰਮਤ ਦੇਣ ਵਾਲਾ ਨਾ ਹੋਵੇ, ਤਾਂ ਉਹ ਹੌਸਲਾ ਹੀ ਛੱਡ ਦਿੰਦੇ, ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ, ਅਤੇ ਸੰਸਾਰ ਵਿੱਚ ਉਲਝ ਜਾਂਦੇ ਆ। ਅਤੇ ਅਗਰ ਕੋਈ ਹੌਸਲਾ ਦੇਣ ਵਾਲਾ ਹੈ, ਹੌਸਲਾ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਵੀ ਹਿੰਮਤ ਰੱਖੋ, ਹੌਸਲਾ ਨਾ ਹਾਰੋ, ਜ਼ਰੂਰ ਛੁਟਕਾਰਾ ਹੋਵੇਗਾ। ਬੰਦੇ ਨੂੰ ਹੌਸਲਾ ਆ ਜਾਵੇ ਫਿਰ ਤੁਰ ਪੈਂਦਾ, ਅਤੇ ਹੌਸਲਾ ਰੱਖੋ। ਜਿਵੇਂ ਇੱਕ ਫਕੀਰ ਕਹਿੰਦੇ ਰਾਤ ਦੇ ਸਮੇਂ ਹਨੇਰਾ ਹੋ ਗਿਆ, ਕੋਈ ਧਰਮਸ਼ਾਲਾ ਨਾ ਮਿਲੀ, ਰਹਿਣ ਨੂੰ ਜਗ੍ਹਾ ਨਾ ਮਿਲੀ, ਦੇਖਿਆ ਇੱਕ ਦਰਵਾਜ਼ਾ ਖੁੱਲ੍ਹਾ ਹੋਇਆ, ਉਹਦੇ ਅੰਦਰ ਚਲੇ ਗਿਆ। ਇੱਕ ਵਿਅਕਤੀ ਕੁਛ ਤਿਆਰੀ ਵਿਆਰੀ ਕਰ ਰਿਹਾ ਸੀ, ਉਹਨੂੰ ਪੁੱਛਿਆ ਵੀ ਤੂੰ ਮੈਨੂੰ ਇੱਥੇ ਰਹਿਣ ਦੇਂਗਾ ਰਾਤ, ਵੀ ਜਗ੍ਹਾ ਨਹੀਂ ਮਿਲੀ ਰਾਤ ਰਹਿਣ ਵਾਸਤੇ, ਅਤੇ ਰਾਤ ਠਹਿਰ ਕੇ ਮੈਂ ਸਵੇਰੇ ਚਲੇ ਜਾਵਾਂਗਾ। ਉਹ ਕਹਿੰਦਾ ਵੀ ਮੈਂ ਆਪਣੇ ਕੰਮ 'ਤੇ ਚੱਲਿਆ ਹਾਂ, ਤੂੰ ਰਾਤ ਵਿਸ਼ਰਾਮ ਕਰ। ਫਕੀਰ ਕਹਿੰਦਾ ਕਿਹੜਾ ਕੰਮ ਹੈ ਵੀਰੇ ਜਿਹੜਾ ਰਾਤ ਦੇ ਸਮੇਂ ਕਰਨਾ ਪੈਂਦਾ? ਕਹਿੰਦਾ ਮੈਂ ਚੋਰ ਹਾਂ, ਚੋਰੀ ਕਰਨ ਚੱਲਿਆ, ਅਤੇ ਮੈਂ ਆਊਂਗਾ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ, ਕੰਮ ਕਰਕੇ ਆਪਣਾ ਜਿਵੇਂ ਡਿਊਟੀ ਹੁੰਦੀ, ਡਿਊਟੀ ਕਰਕੇ, ਅਤੇ ਤੂੰ ਆਰਾਮ ਕਰ ਸਕਦਾ। ਉਹ ਸਾਧੂ ਨੇ ਦੇ ਖਿਆਲ ਵਿੱਚ ਵੀ ਆਇਆ ਵੀ ਕਿੰਨਾ ਵਿਸ਼ਵਾਸ ਕਰ ਰਿਹਾ ਹੈ ਮੇਰੇ 'ਤੇ, ਘਰ ਹੀ ਖੁੱਲ੍ਹਾ ਛੱਡ ਕੇ ਚਲੇ ਗਿਆ, ਦੇਖੋ ਵੀ ਇਹ ਗੁਣੀ ਆਦਮੀ ਲੱਗਦਾ ਹੈ। ਫਕੀਰ ਨੂੰ ਵੀ ਥੋੜ੍ਹਾ ਉਹਦੇ 'ਤੇ ਭਰੋਸਾ ਆ ਗਿਆ, ਉਹਨੇ ਸੱਚ ਵੀ ਬੋਲ ਦਿੱਤਾ, ਸੰਕੋਚ ਵੀ ਨਹੀਂ ਕੀਤਾ, ਚੰਗਾ ਲੱਗਾ ਬੰਦਾ। ਫਕੀਰ ਰੁਕਿਆ, ਰਾਤ ਸਵੇਰੇ ਗਿਆ ਨਹੀਂ, ਅਗਲੇ ਦਿਨ ਫੇਰ ਰੁਕਿਆ, ਪਰ ਉਹ ਜਦੋਂ ਵੀ ਸਵੇਰੇ ਚੋਰ ਆਉਂਦਾ ਉਹਨੂੰ ਪੁੱਛਦਾ ਜ਼ਰੂਰ ਵੀ ਕਿਵੇਂ, ਕੁਛ ਮਿਲਿਆ? ਉਹ ਚੋਰ ਕਹਿੰਦਾ ਨਹੀਂ ਅੱਜ ਨਹੀਂ, ਕੱਲ੍ਹ ਨੂੰ ਫੇਰ ਕੋਸ਼ਿਸ਼ ਕਰਾਂਗਾ। ਫਕੀਰ ਨੇ ਸੋਚਿਆ ਵੀ ਚਲੋ ਆਪਾਂ ਦੇਖੀਏ ਵੀ ਕਿੱਦਣ ਇਹਨੂੰ ਕੁਛ ਮਿਲਦਾ ਹੈ। ਫਕੀਰ ਤਕਰੀਬਨ 1 ਮਹੀਨਾ ਰੁਕਿਆ ਉਹਦੇ ਕੋਲ, ਅਤੇ 1 ਮਹੀਨਾ ਹੀ ਉਹਨੂੰ ਕੁਛ ਨਾ ਮਿਲਿਆ, ਅਤੇ ਰੋਜ਼ ਆਣ ਕੇ ਸਵੇਰੇ ਫਿਰ ਕਹਿ ਦੇਵੇ ਵੀ ਅੱਜ ਤਾਂ ਕੁਝ ਨਹੀਂ ਮਿਲਿਆ ਹੈ, ਕੱਲ੍ਹ ਨੂੰ ਫਿਰ ਕੋਸ਼ਿਸ਼ ਕਰਾਂਗੇ। ਫਕੀਰ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲ ਗਈ ਵੀ ਇਹ ਚੋਰ ਇੱਕ ਦੁਨਿਆਵੀ ਧਨ ਖੋਜਣ ਵਾਸਤੇ ਰੋਜ਼ ਜਾਂਦਾ ਹੈ ਅਤੇ ਹਾਰ ਕੇ ਵਾਪਸ ਆਉਂਦਾ ਹੈ, ਅਤੇ ਕਿੰਨੀ ਹਿੰਮਤ ਹੈ ਇਹਦੇ ਅੰਦਰ, ਕਿੰਨੀ ਦ੍ਰਿੜਤਾ ਹੈ। ਇਹ ਕਹਿੰਦਾ ਹੈ ਸਵੇਰੇ ਫਿਰ ਕੋਸ਼ਿਸ਼ ਕਰਾਂਗੇ, ਹਾਰਦਾ ਨਹੀਂ ਹੈ, ਨਿਰਾਸ਼ ਨਹੀਂ ਹੁੰਦਾ। ਅਤੇ ਮੈਂ ਪਰਮਾਰਥਿਕ ਧਨ ਖੋਜਣ ਵਾਸਤੇ ਚੱਲਿਆ, ਅਤੇ ਮੈਂ ਵਾਰ-ਵਾਰ ਹਾਰ ਜਾਂਦਾ ਵੀ ਨਹੀਂ ਮਿਲਣਾ ਪਰਮਾਤਮਾ, ਅਤੇ ਹਾਰ ਜਾਂਦਾ ਹੈ। ਮੈਂ ਪਰਮ ਧਨ ਖੋਜਣ ਵਾਸਤੇ ਚੱਲਿਆ ਹਾਂ, ਇਹਦੇ ਵਾਸਤੇ ਤਾਂ ਹੋਰ ਜ਼ਿਆਦਾ ਵੱਡੀ ਧੀਰਜ ਚਾਹੀਦੀ ਹੈ, ਵਿਰਾਟ ਧੀਰਜ ਚਾਹੀਦੀ ਹੈ। ਵਿਰਾਟ ਨੂੰ ਪਾਉਣ ਵਾਸਤੇ ਖਿਆਲ ਵਿੱਚ ਰੱਖਿਓ, ਚੰਚਲ ਮਨ ਦੁਬਾਰਾ ਥੋੜ੍ਹੀ ਪਵੇਗਾ, ਬੜੀ ਵੱਡੀ ਧੀਰਜ ਚਾਹੀਦੀ, ਹਿੰਮਤ ਚਾਹੀਦੀ, ਸਾਹਸ ਚਾਹੀਦੀ। ਤਦੇ ਕਿਹਾ ਨਾ ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਜੀਪਕ ਜਿਉਂ ਉਜਿਆਰ, ਗਿਆਨੇ ਕੀ ਵੱਢਣੀ ਮਨੋ ਹਾਥ ਲੈ, ਕਾਤਰ ਤਕ ਤੁਹਾਰ ਬੁਹਾਰ। ਕਹਿੰਦੇ ਰੋਜ਼ ਰੋਜ਼ ਸਫਾਈ ਕਰੀ ਜਾਓ, ਕੱਢੀ ਜਾਓ, ਕਦੇ ਨਾ ਕਦੇ ਕਚਰਾ ਸਾਫ਼ ਹੋਊਗਾ ਹੀ ਨਾ, ਅੰਦਰੋਂ ਸਫਾਈ ਹੋਊਗੀ। ਹਾਂ ਕਚਰਾ ਪੈਂਦਾ ਵੀ ਰੋਜ਼ ਹੀ ਹੈ, ਐਸਾ ਨਹੀਂ ਤੁਸੀਂ ਸਫਾਈ ਕਰ ਦਿੰਦੇ ਹੋ ਕਚਰਾ ਨਹੀਂ ਪੈਂਦਾ ਹੈ, ਫਿਰ ਪੈ ਜਾਂਦਾ, ਫਿਰ ਵਿਚਾਰਾਂ 'ਚ ਮਨ ਲੱਗ ਜਾਂਦਾ ਹੈ ਤੁਹਾਡਾ, ਫਿਰ ਕਿਸੇ ਵਿਚਾਰ 'ਚ ਉਲਝ ਜਾਂਦਾ ਹੈ, ਮੋਹ ਮਮਤਾ 'ਚ ਫਸ ਜਾਂਦਾ ਹੈ, ਫਿਰ ਕਚਰਾ ਪੈ ਜਾਂਦਾ, ਫਿਰ ਕੱਢੋ। ਡਿੱਗ ਪਿਆ ਨਾ, ਵਿਚਾਰਾਂ 'ਚ ਲੱਗ ਗਿਆ ਅਤੇ ਡਿੱਗ ਪਿਆ, ਵਾਸ਼ਨਾ 'ਚ ਲੱਗ ਪਿਆ ਡਿੱਗ ਪਿਆ, ਖਿਆਲਾਂ 'ਚ ਖੁੱਭ ਗਿਆ ਅਤੇ ਡਿੱਗ ਪਿਆ। ਅਤੇ ਫਿਰ ਖਿਆਲ ਵਿੱਚ ਆਇਆ ਵੀ ਡਿੱਗ ਪਿਆ ਹੈ ਮਨ, ਉਲਝ ਗਿਆ ਹੈ ਮਨ, ਚਲੋ ਪਤਾ ਤਾਂ ਲੱਗ ਗਿਆ ਨਾ, ਯਾਦ ਤਾਂ ਆ ਗਈ ਨਾ ਆਪਣੇ ਘਰ ਦੀ ਵੀ ਭੁੱਲ ਗਿਆ, ਚਲੋ ਫਿਰ ਸ਼ੁਰੂ ਕਰੋ, ਫਿਰ ਯਾਤਰਾ ਉੱਧਰ ਨੂੰ ਹੋਵੇਗੀ। ਇੱਦਾਂ ਵਾਰ-ਵਾਰ ਫਿਰ ਡਿੱਗ ਡਿੱਗ ਕੇ ਸੰਭਲਣਾ ਵੀ ਆਵੇਗਾ, ਪਤਾ ਵੀ ਲੱਗੇਗਾ, ਹੋਸ਼ ਵੀ ਆਵੇਗਾ। ਜੇ ਡਿੱਗੋਗੇ ਨੇ ਤਾਂ ਪਤਾ ਕਿਵੇਂ ਲੱਗੇਗਾ? ਅਤੇ ਡਿੱਗਦਾ ਹੈ, ਤੁਸੀਂ ਤਾਂ ਦੂਰ ਹੋ,
ਜਿਹੜੇ ਇੱਥੇ ਕੋਲ ਵੀ ਰਹਿੰਦੇ ਹਨ ਉਹਨਾਂ ਨੂੰ ਵੀ ਰੋਜ਼ ਸਮਝਾਈਏ ਤੇ ਉਹ ਵੀ ਭੁੱਲ ਜਾਂਦੇ ਹਨ ਅਗਲੇ ਦਿਨ। ਮੈਂ ਕਈ ਵਾਰ ਖਿਆਲ ਕੀਤਾ ਹੈ, ਕਿਸੇ ਨੂੰ ਕੋਈ ਗੱਲ ਸਮਝਾਓ ਤੇ ਦੂਸਰੇ ਦਿਨ ਹੀ ਉਹ ਭੁੱਲ ਜਾਂਦਾ। ਮਨ ਪਕੜ ਕੇ ਨਹੀਂ ਨਾ ਰੱਖਦਾ। ਤੁਸੀਂ ਬੇਹੋਸ਼ ਹੋ ਜਾਂਦੇ ਹੋ ਵਿਚਾਰਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਨਾਲ ਹੀ ਤੁਰ ਪੈਂਦੇ ਹੋ ਤੁਸੀਂ। ਖਿਆਲ ਹੀ ਨਹੀਂ ਰਹਿੰਦਾ। ਖਿਆਲ ਰੱਖਣ ਵਾਲਾ ਜਿਹੜਾ ਹੈ ਉਹ ਵਿਚਾਰਾਂ ਦੇ ਵਿੱਚ ਪੈ ਜਾਂਦਾ। ਅਤੇ ਖਿਆਲ ਤਾਂ ਹੀ ਰਹਿ ਸਕੂਗਾ ਜੇ ਤੁਸੀਂ ਵਿਚਾਰਾਂ ਤੋਂ ਥੋੜ੍ਹਾ ਪਿੱਛੇ ਹਟ ਕੇ ਦੇਖਦੇ ਰਹੋ। ਜੋ ਕਿਹਾ ਹੈ ਉਹ ਖਿਆਲ ਰੱਖਣਾ, ਇਹਦੇ ਨਾਲ ਹੋਸ਼ ਵਧੇਗਾ ਤੁਹਾਡਾ। ਹੋਸ਼ ਵੱਧਦਾ ਹੈ ਅਗਰ ਤੁਸੀਂ ਖਿਆਲ ਰੱਖੋ। ਤਾਂ ਇਹੋ ਹੀ ਕਿਹਾ ਹੈ ਵੀ ਵਾਰ-ਵਾਰ ਮੰਤਰ ਨੂੰ ਦੁਹਰਾਓ, ਮੰਤਰ ਨੂੰ ਚੇਤੇ ਕਰੋ, ਯਾਦ ਰੱਖੋ ਗੁਰਮੰਤਰ। ਗੁਰਮੰਤਰ ਦਾ ਕੀ ਭਾਵ ਹੁੰਦਾ? ਗੁਰੂ ਦੇ ਉਪਦੇਸ਼ ਨੂੰ ਯਾਦ ਰੱਖੋ। ਜੋ ਉਹਨੇ ਕਿਹਾ ਹੈ ਉਹਨੂੰ ਖਿਆਲ ਵਿੱਚ ਰੱਖੋ ਅੱਠੇ ਪਹਿਰੇ ਵੀ ਉਹਨਾਂ ਨੇ ਇਉਂ ਕਿਹਾ ਹੈ। ਅਗਰ ਤੁਸੀਂ ਇੱਕ ਆਦਤ ਨੂੰ ਹਟਾਉਣ ਵਾਸਤੇ ਵੀ ਖਿਆਲ ਰੱਖ ਲਿਆ ਤਾਂ ਵੀ ਤੁਸੀਂ ਸੁਚੇਤਤਾ ਤੁਹਾਡੀ ਬਹੁਤ ਵੱਧ ਜਾਵੇਗੀ। ਸੁਚੇਤਤਾ ਹੀ ਵਧਾਉਣੀ ਹੈ ਨਾ। ਅਤੇ ਜਿਹੜੀ ਵੀ ਆਦਤ ਹੈ ਉਹਨੂੰ ਤੋੜਨਾ ਹੈ ਮਨ ਦੀ ਬਣੀ। ਅਤੇ ਖਿਆਲ ਰੱਖੋ, ਉਹ ਵਾਰ-ਵਾਰ ਪ੍ਰਭਾਵੀ ਹੋਵੇਗੀ। ਵਾਰ-ਵਾਰ ਖਿਆਲ ਆਵੇਗਾ, ਮਨ ਉੱਧਰ ਨੂੰ ਜਾਵੇਗਾ। ਮਨ ਫਿਰ ਕਹੇਗਾ ਕੋਈ ਗੱਲ ਨਹੀਂ, ਕਰ ਲਾ ਪੂਰੀ। ਅਤੇ ਅਗਰ ਤੁਸੀਂ ਜਾਗਰੂਕ ਰਹੇ, ਸੁਚੇਤ ਰਹੇ ਅਤੇ ਤੁਸੀਂ ਮਨ ਦੀਆਂ ਆਦਤਾਂ ਤੋਂ ਪਿੱਛੇ ਆਓਗੇ, ਮਨ ਤੋਂ ਪਿੱਛੇ ਹਟੋਗੇ, ਵਿਚਾਰਾਂ ਤੋਂ ਪਿੱਛੇ ਹਟੋਗੇ। ਕਹਿ ਸਕਦੇ ਹਾਂ ਵਿਚਾਰ ਹੀ ਮਨ ਹਨ। ਅਤੇ ਖਿਆਲ ਰੱਖੋਗੇ ਤਾਂ ਹੀ। ਅਤੇ ਜੋ ਕਿਹਾ ਜਾਂਦਾ ਹੈ ਉਹਨੂੰ ਖਿਆਲ ਵਿੱਚ ਰੱਖਣਾ ਹੈ। ਵਾਰ-ਵਾਰ ਭੁੱਲੋਗੇ ਫਿਰ ਯਾਦ ਦਿਵਾਉਣਾ ਹੈ। ਜਿਵੇਂ ਕਹਿੰਦੇ ਇੱਕ ਫਕੀਰ ਹੋਇਆ ਹੈ, ਰੋਜ਼ ਸਵੇਰੇ ਉੱਠ ਕੇ ਕਹਿ ਦਿੰਦਾ ਹੈ ਆਪਣਾ ਨਾਮ ਪੁਕਾਰ ਕੇ ਵੀ ਯਾਦ ਰੱਖੀ, ਕੋਈ ਭੁੱਲ ਨਾ ਕਰ ਜਾਵੇ। ਖਿਆਲ ਰੱਖੀ ਗੁਰੂ ਦੇ ਉਪਦੇਸ਼ ਦਾ। ਅਤੇ ਸਵੇਰੇ ਉੱਠ ਕੇ ਕਹਿਣ ਦੀ ਲੋੜ ਨਹੀਂ, ਹਰ ਵਕਤ ਹੀ ਕਹਿਣ ਦੀ ਲੋੜ ਹੈ। ਖਿਆਲ ਰੱਖੀ, ਭੁੱਲ ਨਾ ਜਾਏ, ਬਾਹਰ ਨਹੀਂ ਭਟਕਣਾ। ਅਗਰ ਬਾਹਰ ਦਾ ਵਿਚਾਰ ਆਵੇ ਤਾਂ ਭਜਾ ਦਿਓ, ਹਟਾ ਦਿਓ, ਛੱਡੋ ਪਰ, ਹਟਾ ਦਿਓ ਪਰ। ਅਤੇ ਹਰ ਵਕਤ ਕੋਈ ਸੁਚੇਤ ਰਹੇਗਾ ਤਾਂ ਸੁਚੇਤਤਾ ਵਧੇਗੀ। ਪਰਮਾਤਮਾ ਵੱਲ ਨੂੰ ਸੁਚੇਤ ਹੋ ਕੇ ਜਾਣਾ ਹੈ। ਸੰਸਾਰ ਵੱਲ ਨੂੰ ਤੁਸੀਂ ਮੂਰਛਿਤ ਹੁੰਦੇ ਹੋ, ਵਿਚਾਰਾਂ ਵਿੱਚ ਪੈ ਕੇ ਤੁਸੀਂ ਮੂਰਛਿਤ ਹੁੰਦੇ ਹੋ। ਵਿਚਾਰਾਂ ਤੋਂ ਹਟਣਾ, ਜਿਹੜਾ ਵੀ ਹਟਦਾ ਹੈ ਉਹ ਸੁਚੇਤ ਹੋ ਜਾਂਦਾ ਹੈ, ਉਹ ਜਾਗਰੂਕ ਹੁੰਦਾ ਹੈ। ਅਤੇ ਪਰਮਾਰਥ ਵੱਲ ਨੂੰ ਜਾਣ ਦੀ ਇਹੋ ਹੀ ਨਿਸ਼ਾਨੀ ਹੈ। ਕਈ ਕਹਿਣਗੇ ਨਾ ਸਮਾਧੀ ਲੱਗ ਗਈ, ਜੇ ਸਾਨੂੰ ਪਤਾ ਹੀ ਨਹੀਂ ਲੱਗਾ। ਨਹੀਂ, ਉਹ ਸਮਾਧੀ ਨਹੀਂ ਹੈ, ਮੂਰਛਾ ਹੈ। ਵਾਸਤਵਿਕ ਸਮਾਧੀ ਚੈਤਨ ਹੈ, ਹੋਸ਼ ਦੇ ਵਿੱਚ। ਪਰਮਾਤਮਾ ਪਰਮ ਹੋਸ਼ ਦੇ ਵਿੱਚ ਹੈ, ਸੁੱਤਾ ਹੋਇਆ ਥੋੜ੍ਹੀ। ਅਤੇ ਹੋਸ਼ ਦੇ ਵਿੱਚ ਜਾਣਾ ਹੈ, ਜਾਗਰੂਕ ਹੁੰਦੇ ਜਾਣਾ ਹੈ, ਸੁਚੇਤ ਹੁੰਦੇ ਜਾਣਾ ਹੈ, ਚੈਤਨ ਹੁੰਦੇ ਜਾਣਾ ਹੈ। ਚੈਤਨ ਵਾਲੇ ਪਾਸੇ ਨੂੰ ਜਾਣਾ ਹੈ ਨਾ। ਅਤੇ ਹੋਸ਼ ਰੱਖੋ, ਖਿਆਲ ਰੱਖੋ, ਵਿਚਾਰਾਂ ਦੇ ਪ੍ਰਤੀ ਜਾਗਦੇ ਰਹੋ। ਇਹੋ ਹੀ ਕਿਹਾ ਹੈ ਨਾ, ਸੰਸਾਰ ਛੱਡਣਾ ਭਾਵ ਕਿ ਵਿਚਾਰ ਛੱਡਣੇ। ਜਦੋਂ ਮਨ ਕੋਈ ਵਿਚਾਰ ਕਰਦਾ ਹੈ ਉਹਨੂੰ ਹਟਾਓ। ਖਿਆਲ ਆਇਆ ਹੈ ਹਟਾਓ, ਬਸ ਹਟਾਈ ਜਾਓ। ਕੋਈ ਵੀ ਖਿਆਲ ਆਵੇ ਅਤੇ ਪਿੱਛੇ ਹਟਦੇ ਜਾਓ। ਤੁਸੀਂ ਖਾਈ 'ਚੋਂ ਨਿਕਲਦੇ ਜਾਓਗੇ, ਸੱਤ ਵੱਲ ਨੂੰ ਚੱਲਦੇ ਜਾਓ। ਸੱਤ ਬਹੁਤ ਤੁਹਾਡੀ ਛੋਟੀ ਜਗ੍ਹਾ 'ਤੇ ਹੈ ਅੰਦਰ। ਝੂਠ ਦਾ ਤੁਸੀਂ ਜ਼ਿਆਦਾ ਪੈਸਾਰਾ ਪਸਾਰ ਲਿਆ ਹੈ। ਅਤੇ ਜਿਹੜੇ ਸੱਤ 'ਤੇ ਪਹੁੰਚ ਜਾਂਦੇ ਹਨ ਉਹਨਾਂ ਵਾਸਤੇ ਤਾਂ ਸਭ ਸੱਤ ਹੀ ਹੈ, ਕਿਉਂਕਿ ਫਿਰ ਅੰਦਰੋਂ ਉਹ ਬਾਹਰ ਨੂੰ ਦੇਖਦੇ ਆ। ਪਰ ਤੁਸੀਂ ਬਾਹਰ ਝੂਠ ਦਾ ਪਸਾਰੇ ਦੇ ਵਿੱਚ ਫਸ ਗਏ ਹੋ। ਝੂਠ ਦਾ ਪਸਾਰਾ ਤੁਹਾਡੇ ਵਾਸਤੇ ਜ਼ਿਆਦਾ ਹੈ। ਤੁਸੀਂ ਰੰਚਕ ਮਾਤਰ ਹੀ ਥੋੜ੍ਹਾ ਜਿਹਾ ਹਟਦੇ ਹੋ, ਖਿਆਲਾਂ ਦੇ ਵਿੱਚ ਉਲਝ ਜਾਂਦੇ। ਫਿਰ ਖਿਆਲ ਪਤਾ ਨਹੀਂ ਕਿੱਥੋਂ ਦੇ ਚਲੇ ਜਾਂਦੇ। ਇੱਕਦਮ ਬਹੁਤ ਛੋਟੀ ਜਗ੍ਹਾ, ਭੰਭੇਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੋਰਾ। ਛੋਟਾ ਜਿਹਾ ਪੜਦਾ ਹੈ ਕਹਿੰਦੇ, ਬਸ ਵਿਚਾਰਾਂ ਦਾ ਪੜਦਾ ਹੈ। ਉਹ ਵੀ ਮਨ ਦਾ ਪੜਦਾ, ਝੂਠ ਦਾ ਪੜਦਾ। ਵਿਚਾਰ ਝੂਠ ਹੀ ਹਨ, ਇਸ ਕਰਕੇ ਮਨ ਨੂੰ ਵੀ ਝੂਠ ਕਿਹਾ। ਖਿਆਲ ਹੀ ਹੈ ਤੁਸੀਂ ਉਹ ਖਿਆਲ ਦਾ ਪਰਦਾ। ਉਸ ਨੂੰ ਬਾਹਰ ਗਏ ਅਤੇ ਮਾਇਆ 'ਚ ਪੈ ਗਏ।
ਮੈਂ 'ਚ ਪੈ ਗਈ। ਬਸ ਤੁਸੀਂ ਫਿਸਲ ਜਾਂਦੇ ਹੋ, ਵਾਰ-ਵਾਰ ਬਾਹਰ ਫਿਸਲ ਜਾਂਦੇ ਹੋ, ਵਾਰ-ਵਾਰ ਭਟਕ ਜਾਂਦੇ ਹੋ। ਖਿਆਲ ਰੱਖੋ, ਧਿਆਨ ਰੱਖੋ। ਭਟਕ ਵੀ ਜਾਓ ਤਾਂ ਕੋਈ ਗੱਲ ਨਹੀਂ ਹੈ, ਪਛਤਾਵਾ ਨਹੀਂ ਕਰਨਾ ਹੈ ਵੀ ਨਹੀਂ ਹੋ ਸਕਦਾ, ਕਿਵੇਂ ਹੋਊਗਾ, ਨਹੀਂ ਮੈਂ ਕਰਨ ਯੋਗ ਹਾਂ, ਇੱਦਾਂ ਨਹੀਂ ਹੋ ਸਕਦਾ। ਨਹੀਂ, ਹਿੰਮਤ ਨਾ ਹਾਰੋ। ਪਰਮਾਤਮਾ ਵੱਲ ਨੂੰ ਜਾਣਾ ਹੈ, ਪਰਮ ਵੱਲ ਨੂੰ ਜਾਣਾ ਹੈ। ਪਰਮ ਹਿੰਮਤ ਦੀ ਲੋੜ ਹੈ, ਪਰਮ ਜਗਿਆਸਾ ਦੀ ਸਾਹਸ ਦੀ ਲੋੜ ਹੈ। ਧੀਰਜ ਰੱਖੋ, ਧੀਰਜ ਧਾਮ ਬਣਾਏ ਇਹ ਤਨ, ਬਣਾਏ ਇਹ ਤਨ, ਬਣਾਏ ਇਹ